ਉਹ ਕਹਿੰਦੇ ਪਏ ਜੀ ਅਸੀਂ ਟਾਰਗੇਟ ਕਰਾਂਗੇ ਇਹ ਪਾਕਿਸਤਾਨ ਦੀ ਆਰਮੀ ਦਾ ਚੀਫ। ਉਹ ਕਹਿੰਦੇ ਪਏ ਜੀ ਅਸੀਂ ਤਾਂ ਇਹਨਾਂ ਦੇ ਜਰਨਲ ਨੂੰ ਟਾਰਗੇਟ ਕਰਾਂਗੇ, ਅਸੀਂ ਉਸ ਦਾ ਸਿਰ ਲੈ ਕੇ ਆਵਾਂਗੇ ਤੇ ਅਸੀਂ ਆਪਣੇ ਲਾਲ ਕਿਲੇ ਤੇ ਲਗਾਵਾਂਗੇ। ਦਿਸ ਵਿਲ ਬੀ ਦਾ ਲਾਸਟ ਬੈਟਲ ਆਫ ਮੋਦੀ ਐਂਡ ਹੀ ਇਜ਼ ਗੋਇੰਗ ਟੂ ਡਾਈ ਹਿਸ ਪੋਲੀਟੀਕਲ ਡੈਥ। ਜੀ ਲੈਫਟੀਨੈਂਟ ਜਨਰਲ KS ਗਿੱਲ ਦੀ ਵੀਡੀਓ ਤੁਹਾਨੂੰ ਮੈਂ ਭੇਜ ਦਿਆਂਗਾ, ਉਹ ਤੁਸੀਂ 에ਅਰ ਕਰੋ। ਔਰ ਉਹ ਕੈਪਟਨ ਰਠੌਰ ਮੇਰੇ ਕੋਲ ਨਿਊਯਾਰਕ ਦੇ ਵਿੱਚ ਆ ਕੇ ਕਨਫੈਸ ਕਰ ਚੁੱਕਾ ਹੈ। ਇਹਨਾਂ ਨੇ 13 ਅਪ੍ਰੈਲ ਨੂੰ ਸ਼੍ਰੀਨਗਰ ਦੇ ਕੋਲ ਚਨਾਪੁਰਾ ਇਲਾਕਾ ਪੈਂਦਾ ਹੈ, ਜਿੱਥੇ ਖਾਲਸਾ ਸਾਜਨਾ ਦਿਹਾੜਾ ਦਾ ਨਗਰ ਕੀਰਤਨ ਨਿਕਲਣਾ ਸੀ। ਇਹਨਾਂ ਨੇ ਸਿੱਖ ਮਾਰਨੇ ਸੀ 13 ਅਪ੍ਰੈਲ ਨੂੰ, ਪਰ ਇਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਕਿਹਾ ਕਿ 13 ਅਪ੍ਰੈਲ ਹਜੇ ਜਿਹੜੀ JD ਵੈਂਸ ਦੀ ਫੇਰੀ ਹੈ ਉਸ ਤੋਂ ਬੜੀ ਦੂਰ ਹੈ, ਤੇ ਮਜਬੂਰਨ ਇਹਨਾਂ ਨੂੰ ਉੱਥੇ ਟੂਰਿਸਟ ਜਿਹੜੇ ਹੈ ਉਹ ਮਾਰਨੇ ਪੈ ਗਏ। ਇਹ ਹੁਣ ਪਾਕਿਸਤਾਨ ਦੇ ਬਾਲ ਇਜ਼ ਇਨ ਦੀ ਕੋਰਟ ਆਫ ਦੀ ਪਾਕਿਸਤਾਨ ਟੂ ਹਿਟ ਬੈਕ ਐਟ ਇੰਡੀਆ ਡਿਪਲੋਮੈਟਿਕਲੀ ਐਂਡ ਮਿਲੀਟਰੀਲੀ। ਸਭ ਤੋਂ ਪਹਿਲੇ ਜੀ ਸਿਆਸਤ ਵੇਖਣ ਵਾਲੇ ਸਾਰੇ ਪਾਕਿਸਤਾਨ ਤੇ ਜਿੱਥੇ ਵੀ ਮੇਰੇ ਭੈਣ ਭਰਾ ਬੈਠੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਹ ਸਿਆਸਤ ਨਹੀਂ ਹੈ ਜਿਹੜਾ ਪਾਕਿਸਤਾਨ ਨੇ, ਜਿਹੜਾ ਕਿ ਸਿੱਖ ਪੰਥ ਦੇ ਲਈ, ਪੰਜਾਬ ਦੇ ਲਈ 25 ਮਿਲੀਅਨ ਜਿਹੜੇ ਸਿੱਖ ਦੁਨੀਆ ਵਿੱਚ ਵਸਦੇ ਆ, ਇੱਕ ਬੜਾ ਪਾਕ ਸਥਾਨ ਹੈ ਜਿੱਥੇ ਸਾਡੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ। ਪਾਕਿਸਤਾਨ ਨੇ ਇਹ ਫੈਸਲਾ ਜਿਹੜਾ ਲਿਆ, ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਤੇ ਸਿੱਖ ਉਹ ਭਾਰਤੀ ਨਹੀਂ ਹੈ, ਉਹ ਹਿੰਦੁਸਤਾਨੀ ਨਹੀਂ ਹੈ। ਉਹਨਾਂ ਨੇ ਇਸ ਗੱਲ ਤੇ ਮੋਹਰ ਲਗਾਈ ਹੈ ਪਾਕਿਸਤਾਨ ਦੀ ਸਰਕਾਰ ਨੇ ਕਿ ਅਸੀਂ ਇੰਡੀਅਨਸ ਜਿਹੜੇ ਹੈ, ਜਿਹੜੇ ਹਿੰਦੁਸਤਾਨੀ ਹੈ, ਉਹਨਾਂ ਨੂੰ ਨਹੀਂ ਆਉਣ ਦੇਣਾ। ਪਰ ਜਿਹੜਾ ਸਿੱਖ ਹੈ ਉਸ ਨੂੰ ਉਹ ਹਿੰਦੁਸਤਾਨੀ ਨਹੀਂ ਸਮਝਦੇ, ਸਿੱਖ ਨੂੰ ਇੱਕ ਆਜ਼ਾਦ ਮੁਲਕ ਸਮਝਦੇ ਹੈ। ਸੋ ਇਹ ਡਿਪਲੋਮੇਸੀ ਨਹੀਂ ਹੈ, ਇਹ ਉਹਨਾਂ ਦਾ ਦੁਨੀਆ ਦੇ ਵਿੱਚ ਇੱਕ ਫੈਸਲਾ ਹੈ ਤੇ ਦੁਨੀਆ ਨੂੰ ਸੁਨੇਹਾ ਹੈ, ਸਾਰੀ ਦੁਨੀਆ ਨੂੰ, ਕਿ ਸਿੱਖਾਂ ਨੂੰ ਇੱਕ ਅਲੱਗ ਮੁਲਕ ਤੇ ਪੰਜਾਬ ਨੂੰ ਇੱਕ ਅਲੱਗ ਮੁਲਕ ਸਮਝੋ। ਦੇਖੋ ਜਿਹੜਾ ਇੱਕ ਵਾਰ ਫੌਜ 'ਚ ਭਰਤੀ ਹੋ ਜਾਏ, ਚਾਹੇ ਉਹ ਸਿੱਖ ਹੈ ਤੇ ਚਾਹੇ ਉਸ ਦਾ ਧਰਮ ਕੋਈ ਵੀ ਹੁੰਦਾ। ਹੁਣ ਇਹਨਾਂ ਨੇ ਕੀ ਕੀਤਾ ਹੁੰਦਾ, ਪੰਜਾਬ ਦੇ ਵਿੱਚੋਂ ਦੀ 17 ਸਾਲ ਦੀ ਉਮਰ ਦਾ ਮੁੰਡਾ ਇਹ ਭਰਤੀ ਕਰਦੇ ਆ। ਸਵੇਰੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ, ਸ਼ਾਮ ਨੂੰ ਉਹਨਾਂ ਨੂੰ XXX ਰੰਮ ਤੇ ਸ਼ਰਾਬ ਪਿਆਉਂਦੇ ਆ, ਨਾਲੇ ਚੰਗੇ ਪ੍ਰਸ਼ਾਦੇ ਛਕਾਉਂਦੇ ਆ ਤੇ ਉਹ ਸੌਂ ਜਾਂਦੇ ਆ, ਸਵੇਰੇ ਫਿਰ ਟ੍ਰੇਨਿੰਗ ਕਰਦੇ ਆ। ਪਰ ਜਦੋਂ ਤੋਂ ਜੂਨ 84 ਹੋਇਆ, ਜਿਹਦੇ 'ਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜਦੋਂ ਦਾ ਨਵੰਬਰ 84 ਹੋਇਆ ਜਿਹਦੇ ਵਿੱਚ ਸਿੱਖਾਂ ਦੀ ਇੱਕ ਮਿੱਥ ਕੇ ਨਸਲਕੁਸ਼ੀ ਕੀਤੀ ਗਈ ਹੈ, ਔਰ ਸਾਡੇ ਸਿੱਖਾਂ ਦੀ ਦੁਨੀਆ ਦੇ ਵਿੱਚ ਕਿਸੇ ਹੋਰ ਦੀ ਨਹੀਂ, ਔਰ ਇਹ ਸ਼ਰਮ ਦੀ ਗੱਲ ਹੈ ਸਾਡੇ ਸਿੱਖ ਪੰਥ ਵਾਸਤੇ ਤੇ ਸਾਡੇ ਵਾਸਤੇ ਕਿ ਅਸੀਂ ਇਹ ਵੇਖ ਕੇ ਵੀ ਜ਼ਿੰਦਾ ਹਾਂ, ਪਰ ਜ਼ਿੰਦਾ ਹੋਵਾਂਗੇ ਤਾਂ ਹੀ ਲੜਾਂਗੇ। ਕਿ ਸਾਡੀ ਵਿਡੋ ਕਾਲੋਨੀ, ਵਿਧਵਾ ਕਾਲੋਨੀ, ਇਹਨਾਂ ਨੇ ਆਪਣੀ ਜਿਹੜਾ ਦਿੱਲੀ ਹੈ, ਜਿਹੜੀ ਦੇਸ਼ ਦੀ ਕੈਪੀਟਲ ਹੈ, ਜਿਹੜੀ ਰਾਜਧਾਨੀ ਹੈ, ਉਹਦੇ 'ਚ ਸਾਡੀ ਇਹਨਾਂ ਨੇ ਵਿਧਵਾ ਕਾਲੋਨੀ ਬਣਾਈ ਹੋਈ ਹੈ। ਔਰ ਉਹ ਸਿੱਖ ਪੰਥ ਦੇ ਤੇ ਸਿੱਖ ਫੌਜੀਆਂ ਦੇ ਮੱਥੇ ਤੇ ਕਲੰਕ ਹੈ ਕਿ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਹੈ ਉਹ ਸ਼ਰੇਆਮ ਇਸ ਹਿੰਦੂਤਵਾ, ਇਸ ਹਿੰਦੁਸਤਾਨੀਆਂ ਨੇ ਲੁੱਟੀਆਂ। ਤੇ ਅੱਜ ਵੀ ਸਾਡੀਆਂ ਉਹ ਬੀਬੀਆਂ ਭੈਣਾਂ ਮਾਵਾਂ ਜਿਨ੍ਹਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਹ ਵਿਧਵਾ ਕਾਲੋਨੀ ਦੇ ਵਿੱਚ ਹੈ। ਉਹ ਵਿਧਵਾ ਕਾਲੋਨੀ ਪੂਰੇ ਸਿੱਖ ਪੰਥ ਦੇ ਮੱਥੇ ਤੇ, ਸਿੱਖ ਫੌਜੀਆਂ ਦੇ ਮੱਥੇ ਤੇ ਇੱਕ ਕਲੰਕ ਹੈ। ਉਹੀ ਕਾਰਨ ਹੈ ਕਿ ਮੈਂ ਸਿੱਖ ਫੌਜੀਆਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਅੱਜ 1971 ਨਹੀਂ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਹਿੰਦੁਸਤਾਨੀ ਦੱਸਦੇ ਸੀ, ਜਦੋਂ ਤੁਸੀਂ ਭਾਰਤੀ ਦੱਸਦੇ ਸੀ। 1984 ਦਾ ਇਤਿਹਾਸ ਡਿਫਰੈਂਟ ਹੈ। ਤੁਸੀਂ ਹਿੰਦੁਸਤਾਨ ਦੇ ਲਈ ਨਹੀਂ ਲੜਨਾ, ਤੁਸੀਂ ਪਾਕਿਸਤਾਨ ਤੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਵੱਲ ਗੋਲੀ ਨਹੀਂ ਚਲਾਣੀ। ਔਰ ਫੌਜ ਲੜਦੀ ਤੇ ਜਿੱਤਦੀ ਹੌਸਲੇ ਦੇ ਉੱਤੇ ਹੁੰਦੀ ਹੈ। ਇਸ ਵਕਤ ਉਹਨਾਂ ਦੇ ਹੌਸਲੇ ਬੁਲੰਦ ਨਹੀਂ ਗਏ। ਤੁਸੀਂ ਵੇਖ ਸਕਦੇ ਹੋ ਬੜੀ ਕੋਸ਼ਿਸ਼ ਕਰਦੇ ਪਏ ਆ ਵੀ ਜਿਹੜੇ ਸਿੱਖ ਫੌਜੀ ਹੈ ਉਹ ਵੀਡੀਓ ਪਾਉਣ, ਉਹ ਕੋਈ ਨਾ ਕੋਈ ਗੱਲਬਾਤ ਕਰਨ, ਪਰ ਜਦੋਂ ਹੌਸਲਾ ਫੌਜੀ ਦਾ ਟੁੱਟ ਜੇ, ਉਹ ਲੜ ਤਾਂ ਜ਼ਰੂਰ ਸਕਦਾ ਪਰ ਜਿੱਤ ਨਹੀਂ ਸਕਦਾ। ਦੇਖੋ ਜੋ ਅਸੀਂ ਕਰ ਸਕਦੇ ਹਾਂ ਮੈਂ ਤੁਹਾਨੂੰ ਉਹ ਦੱਸਦਾ ਪ੍ਰੈਕਟੀਕਲੀ। ਇੱਕ ਤੇ ਹੁੰਦੀ ਨਾ ਅਫਵਾਹ, ਇੱਕ ਹੁੰਦੀ ਆ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਕੰਪੇਨ, ਨੈਰੇਟਿਵ ਜਿੰਨਾ ਮਰਜ਼ੀ ਚਲਾਈ ਚੱਲੋ। ਉਹਦੇ ਨਾਲ ਤੁਸੀਂ ਜਿਹੜੀ ਡਿਸਇਨਫੋਰਮੇਸ਼ਨ ਕੰਪੇਨ ਹੈ ਉਹਦੇ ਨਾਲ ਤੁਸੀਂ ਆਵਾਮ ਨੂੰ ਤਾਂ ਜੋ ਮਰਜ਼ੀ ਦੱਸ ਸਕਦੇ ਹੋ, ਪਰ ਫੌਜ ਨੂੰ ਤਾਂ ਪਤਾ ਹੁੰਦਾ ਨਾ ਅੰਦਰ ਕੀ ਚੱਲ ਰਿਹਾ। ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਕੋਈ ਫੜਿਆ ਗਿਆ ਕਿ ਨਹੀਂ ਫੜਿਆ ਗਿਆ, ਇਸ ਦਾ ਕੀ ਰਿਲੇਸ਼ਨ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਸਕਦਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸੁਨੇਹਾ ਲਾਇਆ ਹੋਇਆ ਹੈ ਕਿ ਤੁਸੀਂ ਪੰਜਾਬ ਦੇ ਵਿੱਚੋਂ ਦੀ ਭਾਰਤੀ ਫੌਜਾਂ ਨੂੰ ਤੇ ਭਾਰਤੀ ਫੌਜਾਂ ਦੇ ਟੈਂਕਾਂ ਨੂੰ ਤੁਸੀਂ ਪਾਕਿਸਤਾਨ ਵੱਲ ਨਹੀਂ ਜਾਣ ਦੇਣਾ, ਬੇਸ਼ਰਤੇ ਕਿ ਪਾਕਿਸਤਾਨ ਦੀ ਸਰਕਾਰ ਖਾਲਿਸਤਾਨ ਰੈਫਰੈਂਡਮ ਦਾ ਇੱਕ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਪਾਵੇ।
ਅੱਜ ਉਹਨਾਂ ਦੇ ਕੋਲ ਸੀਟ ਹੈ। ਅੱਜ ਉਹ ਮੌਕਾ ਜਿਹੜਾ ਉਹ ਦੁਬਾਰਾ ਗਵਾ ਰਹੇ ਹੈ, ਬੇਸ਼ਰਤੇ ਕਿ ਪਾਕਿਸਤਾਨ ਦੀ ਫੌਜ ਸਰਹੱਦ ਦੇ ਉੱਤੇ ਆ ਜਾਏ ਤੇ ਪੰਜਾਬ ਵੱਲੋਂ ਅੰਦਰ ਆਵੇ। ਫਸਟ ਲਾਈਨ ਆਫ ਡਿਫੈਂਸ ਪੰਜਾਬ ਦਾ ਸਿੱਖ ਹੋਏਗਾ, ਫਸਟ ਲਾਈਨ ਆਫ ਡਿਫੈਂਸ ਅਸੀਂ ਹੋਵਾਂਗੇ ਤੇ ਭਾਰਤੀ ਫੌਜਾਂ ਨੂੰ ਅਸੀਂ ਪਾਕਿਸਤਾਨ ਤੇ ਹਮਲਾ ਨਹੀਂ ਕਰਨ ਦੇਵਾਂਗੇ। ਦੇਖੋ ਉਹਦੇ ਕਈ ਕਾਰਨ ਹੈ। ਦੁਨੀਆ ਦੇ ਵਿੱਚ ਹਰ ਪੰਜਵਾਂ ਜਿਹੜਾ ਹਿਊਮਨ ਬੀਇੰਗ ਤੇ ਇਨਸਾਨ ਹੈ ਉਹ ਭਾਰਤੀ ਹੈ ਤੇ ਹਿੰਦੁਸਤਾਨੀ ਹੈ। ਇਹਨਾਂ ਨੇ ਉਹਨਾਂ ਦੇ ਵਿੱਚ ਨੈਸ਼ਨਲਿਜ਼ਮ ਤੇ ਭਾਰਤ ਮਹਾਨ ਹੈ, ਭਾਰਤ ਬਹੁਤ ਸੁਪਰ ਪਾਵਰ ਬਣੇਗਾ, ਇਹ ਉਹਨਾਂ ਦੇ ਵਿੱਚ ਪਾਇਆ ਹੋਇਆ ਹੈ। ਦੂਸਰੇ ਪਾਸੇ ਜੇ ਕੋਈ ਵੀ ਟੈਰਰਿਜ਼ਮ ਦਾ ਜਾਂ ਇਸ ਅੱਤਵਾਦ ਦਾ ਸ਼ਿਕਾਰ ਹੈ, ਜਾਂ ਤਾਂ ਉਹ ਪੰਜਾਬ ਹੈ ਤੇ ਜਾਂ ਉਹ ਸਿੱਖ ਹੈ ਤੇ ਜਾਂ ਫਿਰ ਪਾਕਿਸਤਾਨ ਹੈ। ਤੁਸੀਂ ਇੱਕ ਗੱਲ ਹੋਰ ਪਾਕਿਸਤਾਨ ਨੇ ਯਾਦ ਰੱਖਣੀ ਹੈ ਕਿ ਤੁਹਾਡੇ ਪਾਕਿਸਤਾਨ ਆਰਮੀ ਸਕੂਲ ਤੇ ਹਮਲਾ ਕਰਕੇ ਇਹਨਾਂ ਨੇ ਫੌਜ ਦੇ ਛੋਟੇ-ਛੋਟੇ ਬੱਚੇ ਮਾਰੇ ਸੀ। ਤੁਹਾਡੇ ਬਲੋਚਿਸਤਾਨ ਦੇ ਵਿੱਚ ਇਹਨਾਂ ਨੇ ਹੁਣ ਟ੍ਰੇਨ ਚੋਂ ਕੱਢ ਕੇ ਜਿਹੜੇ ਆ ਤੁਹਾਡੇ ਪਾਕਿਸਤਾਨ ਦੇ ਬਸ਼ਿੰਦੇ ਮਾਰੇ ਹੈ। ਪਰ ਇੱਕ ਘਾਟ ਦੋਨੋਂ ਪਾਸੇ ਰਹਿੰਦੀ ਹੈ ਕਿ ਤੁਸੀਂ ਇਸ ਨੂੰ ਡਿਪਲੋਮੈਟਿਕਲੀ ਤੇ ਦੁਨੀਆ ਦੇ ਵਿੱਚ ਇਹ ਨੈਰੇਟਿਵ ਜਿਹੜਾ ਸੱਚਾਈ ਹੈ ਉਹ ਨੈਰੇਟਿਵ ਚਲਾਉਂਦੇ ਆ, ਡਿਸਇਨਫੋਰਮੇਸ਼ਨ ਚਲਾਉਂਦੇ ਆ। ਤੁਸੀਂ ਇੱਕ ਜਿਹੜੀ ਸੱਚਾਈ ਹੈ ਉਹ ਵੀ ਦੁਨੀਆ ਨੂੰ ਦੱਸ ਨਹੀਂ ਸਕਦੇ ਪਏ। ਅੱਜ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ, ਜਿਹਦੇ ਵਿੱਚ ਇਹਨਾਂ ਨੇ ਆਪਣੇ ਹੀ ਹਿੰਦੂ ਮਾਰ ਦਿੱਤੇ, ਤਾਂ ਜੋ ਦੁਨੀਆ ਦੇ ਵਿੱਚ ਅਮਰੀਕਾ ਦਾ JD ਵੈਂਸ ਜਦੋਂ ਵਾਈਸ ਪ੍ਰੈਜ਼ੀਡੈਂਟ ਉੱਥੇ ਪਹੁੰਚਦਾ ਉਹਨੂੰ ਪਤਾ ਲੱਗ ਸਕੇ ਕਿ ਜੀ ਉਸ ਨੂੰ ਦੱਸ ਸਕਣ ਕਿ ਜੀ ਪਾਕਿਸਤਾਨ ਜਿਹੜਾ ਹੈ ਉਹ ਅੱਤਵਾਦ ਫੈਲਾਉਂਦਾ ਹੈ। ਪਰ ਉਸ ਤੋਂ ਪਹਿਲਾਂ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਪਹੁੰਚਿਆ ਸੀ, ਉਸ ਵਕਤ ਛੱਤੀ ਸਿੰਘਪੁਰਾ ਦੇ ਵਿੱਚ ਸਿੱਖਾਂ ਦੀ ਕਤਲੋਗਾਰਤ ਹੋਈ ਸੀ। ਔਰ ਇੱਕ ਭਾਰਤੀ ਫੌਜੀ ਲੈਫਟੀਨੈਂਟ ਜਨਰਲ KS ਗਿੱਲ ਦੀ ਵੀਡੀਓ ਤੁਹਾਨੂੰ ਮੈਂ ਭੇਜ ਦਿਆਂਗਾ, ਉਹ ਤੁਸੀਂ ਏਅਰ ਕਰੋ। ਉਹ ਖੁੱਲੇਆਮ ਜਿਹੜਾ ਹੈ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਛੱਤੀ ਸਿੰਘਪੁਰਾ ਇੰਡੀਅਨ ਆਰਮੀ ਦੇ ਕੈਪਟਨ ਦੇ ਹੇਠ ਹੋਇਆ ਸੀ। ਔਰ ਉਹ ਕੈਪਟਨ ਰਠੌਰ ਮੇਰੇ ਕੋਲ ਨਿਊਯਾਰਕ ਦੇ ਵਿੱਚ ਆ ਕੇ ਕਈ ਵਾਰ ਮੈਨੂੰ ਮਿਲ ਚੁੱਕਾ ਹੈ ਔਰ ਕਨਫੈਸ ਕਰ ਚੁੱਕਾ ਹੈ ਵੀ ਅਸੀਂ ਛੱਤੀ ਸਿੰਘਪੁਰਾ ਅਸੀਂ ਮਾਰੇ ਸੀ। ਇਹ ਤੁਹਾਨੂੰ ਦੁਨੀਆ ਦੇ ਵਿੱਚ ਦੱਸਣਾ ਪੈਣਾ ਹੈ ਔਰ ਇਹ ਦੱਸਣਾ ਪੈਣਾ ਹੈ ਕਿ ਪਹਿਲਗਾਮ ਜਿਹੜਾ ਹੈ ਉਹ ਭਾਰਤੀ ਅੱਤਵਾਦ ਹੈ, ਇੱਕ ਰਾਜਨੀਤਿਕ ਅੱਤਵਾਦ ਹੈ। ਔਰ ਇਹ ਮੋਦੀ ਨੇ ਪਾਕਿਸਤਾਨ ਨੂੰ ਅੱਤਵਾਦ ਨਾਲ ਜੋੜਨ ਲਈ ਤੇ ਆਪਣੀਆਂ ਹਿੰਦੂਤਵਾ ਜਿਸ ਦੀਆਂ ਵੋਟਾਂ ਉਸ ਨੂੰ ਘੱਟ ਮਿਲ ਰਹੀਆਂ ਉਹ ਲੈਣ ਵਾਸਤੇ ਕੀਤਾ ਹੈ।